ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਅੱਜ ਦਾ ਵਿਸ਼ਾ ਇਹ ਹੈ ਕਿ 38 ਸਾਲ ਹੋ ਗਏ ਇਸ ਸਾਕੇ ਨੂੰ, ਅੱਜ ਤੱਕ ਸਾਡੇ ਇਹਨਾਂ ਜ਼ਖਮਾਂ ਤੇ ਕਿਸੇ ਨੇ ਵੀ ਮਲਮ ਨਹੀਂ ਲਾਈ। ਲੂਣ ਲਾਉਣ ਦਾ ਕੰਮ ਤਾਂ ਹਰ ਕੋਈ ਕਰ ਰਿਹਾ, ਪਰ ਮਲਮ ਅੱਜ ਤੱਕ ਨਹੀਂ ਲਗਾਏਗੀ। ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਇਹ ਦਿਨ ਚੱਲਦੇ ਨੇ, ਸ਼ਹਾਦਤਾਂ ਦੇ ਚੱਲਦੇ ਨੇ। ਇੱਥੇ ਗੱਲ ਬੜਾ ਪਿਆਰਾ ਸਵਾਲ ਹੈ ਔਰ ਮੈਂ ਇਸ ਤੇ ਬੋਲਣਾ ਵੀ ਚਾਹੁੰਦਾ ਸਾਂ। ਕੁਦਰਤੀ ਤੌਰ ਦੇ ਉੱਪਰ ਤੁਸੀਂ ਉਹ ਸਵਾਲ ਕੀਤਾ, ਮੈਂ ਚਾਹੁੰਦਾ ਵੀ ਉਸ ਸਵਾਲ ਦਾ ਜਵਾਬ ਦਿੱਤਾ ਜਾਵੇ। ਇੱਥੇ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ, ਤੁਸੀਂ ਸ਼ਬਦ ਵਰਤਿਆ ਲੂਣ ਦਾ ਤੇ ਮਲਮ ਦਾ। ਇਹ ਦੋ ਚੀਜ਼ਾਂ ਜਿਹੜੀਆਂ ਨੇ ਬੜੀਆਂ ਇੱਕ ਦੂਸਰੇ ਦੇ ਆਪੋਜ਼ਿਟ ਚੱਲਦੀਆਂ ਨੇ। ਜੇ ਕੋਈ ਜ਼ਖਮ ਦੇ ਉੱਪਰ ਮਲਮ ਲਾਵੇ ਤੇ ਆਪਾਂ ਕਹਿੰਦੇ ਵੀ ਇਹ ਸਾਡਾ ਆਪਣਾ ਹੈ। ਜੇ ਕੋਈ ਉਹਦੇ ਉੱਪਰ ਲੂਣ ਭੁੱਕ ਦੇਵੇ, ਲੂਣ ਲਾ ਦੇਵੇ, ਅਸੀਂ ਕਹਿੰਦੇ ਨੇ ਵੀ ਸਾਡਾ ਆਪਣਾ ਨਹੀਂ ਹੈ, ਸਾਡਾ ਦੁਸ਼ਮਣ ਹੈ, ਸਾਡਾ ਵਿਰੋਧੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਿ ਦੁੱਖ ਹੀ ਇਸ ਗੱਲ ਦਾ ਮਾਰਦਾ ਪਿਆ ਵੀ ਅੱਜ 38 ਸਾਲ ਹੋ ਗਏ ਸਾਡੇ ਜ਼ਖਮਾਂ ਤੇ ਕਿਸੇ ਨੇ ਮਲਮ ਨਹੀਂ ਲਾਈ। ਜੂਨ 1984 ਹੁੰਦਾ ਹੈ ਤੇ ਅੱਜ ਅਸੀਂ 2022 ਦੇ ਵਿੱਚ ਆ। 38ਵੀਂ ਵਰ੍ਹੇਗੰਢ ਮਨਾ ਰਹੀ ਹੈ ਕੌਮ, ਪਰ ਕਿਸੇ ਨੇ ਮਲਮ ਨਹੀਂ ਲਾਈ। ਇੱਥੇ ਛੋਟੀ ਜਿਹੀ ਗੱਲ ਮੈਂ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਨੀ ਚਾਹੁੰਦਾ ਮੈਂ। ਕਲਗੀਧਰ ਪਿਤਾ ਮਹਾਰਾਜ ਜੀ ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਭੇਜਦੇ ਨੇ ਕਨ੍ਹਈਆ ਜੀ ਨੂੰ ਜਲ ਲੈ ਕੇ, ਉਸ ਸਮੇਂ ਸਤਿਗੁਰੂ ਦੇ ਦਰਬਾਰ ਦੇ ਵਿੱਚ ਇੱਕ ਸ਼ਿਕਾਇਤ ਹੁੰਦੀ ਹੈ। ਅੱਛਾ ਜੀ। ਕਹਿੰਦੇ ਪਾਤਸ਼ਾਹ ਜੀ ਵੀ ਕਨ੍ਹਈਆ ਜੀ ਨੂੰ ਤੁਸੀਂ ਜਲ ਲੈ ਕੇ ਭੇਜਦੇ ਹੋ, ਜੇ ਤੇ ਆਪਣੀਆਂ ਨੂੰ ਸ਼ਿਕਾਵੇ ਤੇ ਗੱਲ ਸਮਝ ਦੇ ਵਿੱਚ ਪੈਂਦੀ ਹੈ, ਪਰ ਜਦੋਂ ਸਾਡੇ ਤੇ ਚੜ ਕੇ ਆਏ ਹੋਏ ਨੇ, ਅਸੀਂ ਮਾਰਨ ਲੱਗਿਆ ਕਸਰ ਨਹੀਂ ਛੱਡਦੇ, ਬਚਾਉਣ ਲੱਗਿਆ ਕਸਰ ਨਹੀਂ ਛੱਡਦਾ, ਇਹ ਉਹਨਾਂ ਦੇ ਮੂੰਹ ਦੇ ਵਿੱਚ ਵੀ ਜਲ ਪਾਉਂਦਾ ਹੈ। ਤੇ ਭਾਈ ਵੀਰ ਸਿੰਘ ਬੜੀ ਪਿਆਰੀ ਲਿਖਤ ਲਿਖਦੇ ਨੇ, ਉਹ ਕਹਿੰਦੇ ਹੱਸੇ ਸਤਿਗੁਰ ਪਾਤਸ਼ਾਹ ਦੀ ਖੇਡ ਖੜਾ ਕੇ ਹੱਸੇ। ਕਹਿੰਦੇ ਫਰਕ ਇਹ ਹੈ, ਤੁਸੀਂ ਦੁਸ਼ਮਣ ਮਾਰਦੇ ਹੋ, ਇਹ ਅੰਦਰ ਦੀ ਦੁਸ਼ਮਣੀ ਮਾਰ ਦਿੰਦਾ। ਜਦੋਂ ਤੁਹਾਡੇ ਪ੍ਰਤੀ ਮੇਰੇ ਅੰਦਰ ਦੁਸ਼ਮਣੀ ਹੋਵੇਗੀ ਤੇ ਮੈਂ ਤੁਹਾਡਾ ਦੁਸ਼ਮਣ ਹਾਂ। ਜਦੋਂ ਮੇਰੇ ਅੰਦਰ ਦੀ ਦੁਸ਼ਮਣੀ ਖਤਮ ਹੋ ਗਈ, ਫਿਰ ਮੈਂ ਤੁਹਾਡਾ ਭਰਾ ਵਾਂ, ਫਿਰ ਮੈਂ ਤੁਹਾਡਾ ਆਪਣਾ ਵਾਂ, ਫਿਰ ਮੈਂ ਤੁਹਾਡਾ ਦੁਸ਼ਮਣ ਕਾਹਦਾ ਰਹਿ ਗਿਆ। ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜੇ ਇਹ ਕੰਮ ਪੂਰਾ ਕਰਦੇ ਨੇ, ਤੂੰ ਅਧੂਰਾ ਕਿਉਂ ਕਰਦਾ? ਅੱਜ ਤੋਂ ਬਾਅਦ ਜਿੱਥੇ ਜਲ ਲੈ ਕੇ ਜਾਣਾ, ਮਲਮ ਦੀ ਡੱਬੀ ਵੀ ਲੈ ਕੇ ਜਾਇਆ ਕਰ ਤੇ ਨਾਲ ਦੀ ਨਾਲ ਮਲਮ ਵੀ ਲਾਇਆ ਕਰ। ਅਸੀਂ ਤੇ ਸਾਡੀ ਹਿਸਟਰੀ ਬੋਲਦੀ ਏ, ਜੰਗ ਦੇ ਮੈਦਾਨ ਦੇ ਵਿੱਚ ਵੀ ਜਾਂਦੇ ਆ ਤੇ ਮਲਮ ਲੈ ਕੇ ਜਾਂਦੇ ਆ ਵੀ ਦੁਸ਼ਮਣ ਦੇ ਫੱਟ ਦੇ ਉੱਪਰ ਵੀ ਅਸੀਂ ਆਪਣੀ ਮਲਮ ਲਾਵਾਂਗੇ। ਪਰ ਅੰਦਾਜ਼ਾ ਲਾ ਕੇ ਵੇਖੋ 38 ਸਾਲ ਹੋ ਗਏ ਨੇ, ਕਿਸੇ ਸਰਕਾਰ ਨੇ ਸਾਡੇ ਜ਼ਖਮਾਂ ਦੇ ਉੱਪਰ ਮਲਮ ਨਹੀਂ ਲਾਈ। 38 ਸਾਲ ਹੋ ਗਏ, ਮੈਂ ਗੱਲ ਕੰਪਲੀਟ ਕਰ ਲਵਾਂ। 38 ਸਾਲਾਂ ਦੇ ਵਿੱਚ ਸਾਡੇ ਜ਼ਖਮਾਂ ਦੇ ਉੱਪਰ ਕਿਸੇ ਨੇ ਮਲਮ ਨਹੀਂ ਲਾਈ। ਔਰ ਦੂਜੀ ਮੈਂ ਬੇਨਤੀ ਇੱਥੇ ਕਰਨੀ ਚਾਹੁੰਦਾ ਮੈਂ, ਇੱਕ ਹੁੰਦੀ ਹੈ ਸੱਤਾਧਾਰੀ ਧਿਰ ਤੇ ਇੱਕ ਹੁੰਦੀ ਹੈ ਵਿਰੋਧੀ ਧਿਰ। ਜੇ ਵਿਰੋਧੀ ਧਿਰ ਨਾ ਹੋਵੇ ਤੇ ਸੱਤਾਧਾਰੀ ਧਿਰ ਇੰਨੀ ਗੁੰਡਾਗਰਦੀ ਕਰੇਗੀ, ਲੋਕਾਂ ਦਾ ਜੀਣਾ ਹਰਾਮ ਕਰ ਦੇਵੇਗੀ। ਇਸ ਕਰਕੇ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਤੇ ਜਿਹੜੀ ਵਿਰੋਧੀ ਧਿਰ ਹੈ ਉਹ ਹਾਰੀ ਹੁੰਦੀ ਹੈ, ਉਹਨੂੰ 5 ਸਾਲ ਆਪਣੇ ਨਾਮ ਨੂੰ ਜੀਵਤ ਰੱਖਣ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ। ਹੁਣ ਜਦੋਂ ਵਿਰੋਧੀ ਧਿਰ ਮੁੱਦੇ ਚੁੱਕਦੀ ਹੈ ਤੇ ਸੱਤਾਧਾਰੀ ਧਿਰ ਫੂਕ ਫੂਕ ਕੇ ਕਦਮ ਰੱਖਦੀ ਹੈ। ਉਹਨਾਂ ਨੂੰ ਪਤਾ ਹੁੰਦਾ ਵੀ ਮੁੱਦਾ ਵਿਰੋਧੀ ਧਿਰ ਨੇ ਚੁੱਕ ਲੈਣਾ। ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੈ। ਜਦੋਂ ਜੂਨ 1984 ਦੀਆਂ ਤਿਆਰੀਆਂ ਚੱਲਦੀਆਂ ਨੇ, ਕਿਸੇ ਭਾਰਤ ਦੀ ਵਿਰੋਧੀ ਧਿਰ ਨੇ ਉੱਠ ਕੇ ਕਿਹਾ ਵੀ ਦਰਬਾਰ ਸਾਹਿਬ ਤੇ ਅਟੈਕ ਨਹੀਂ ਹੋਣ ਦੇਵਾਂਗੇ। ਕਿਸੇ ਵਿਰੋਧੀ ਧਿਰ ਅੱਗੇ ਆਈ ਹੈ ਵੀ ਜੇ ਟੈਂਕ ਦਰਬਾਰ ਸਾਹਿਬ ਦੇ ਉੱਪਰ ਚੜ ਗਏ, ਸਰਬ ਸਾਂਝਾ ਸਾਡਾ ਅਸਥਾਨ ਹੈ, ਅਸੀਂ ਟੈਂਕ ਦੇ ਅੱਗੇ ਜਾ ਕੇ ਲੰਮੇ ਪੈ ਜਾਵਾਂਗੇ। ਕੁਝ ਨਹੀਂ ਹੋਇਆ। ਤੀਜੀ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ, ਦਰਬਾਰ ਸਾਹਿਬ ਦਾ ਸਾਕਾ ਵਾਪਰ ਗਿਆ, ਸ਼ਰਨਜੀਤ ਕੌਰ ਸਾਕਾ ਨਹੀਂ ਵਾਪਰਿਆ। ਇਹ ਬੜੇ ਵੱਡੇ ਮੰਥਨ ਦਾ ਵਿਸ਼ਾ ਹੈ। ਕੋਈ ਵਿਰੋਧੀ ਧਿਰ ਨੇ ਆਪਣਾ ਰੋਲ ਅਜੇ ਤੱਕ ਕਿਉਂ ਨਹੀਂ ਅਦਾ ਕੀਤਾ? ਸਾਡੇ ਜ਼ਖਮਾਂ ਤੇ ਅਜੇ ਤੱਕ ਕਿਸੇ ਨੇ ਮਲਮ ਕਿਉਂ ਨਹੀਂ ਲਾਈ? ਸਾਡੀਆਂ ਲਾਸ਼ਾਂ ਹੁਣ ਤੱਕ ਸਾਨੂੰ ਕਿ ਸਾਡੇ ਵਾਰਸਾਂ ਨੂੰ ਕਿਉਂ ਨਹੀਂ ਮਿਲੀਆਂ? ਸਾਡੀਆਂ ਅੰਤਮ ਕਿਰਿਆਵਾਂ ਹੁਣ ਤੱਕ ਕਿਉਂ ਨਹੀਂ ਕੀਤੀਆਂ ਗਈਆਂ? ਸਾਡੀ 4 ਜਿਹੜੀਆਂ ਨੇ ਕੇਂਦਰੀ ਸਿੱਖ ਆਪਣਾ ਅਜਾਇਬ ਘਰ ਹੋ ਗਿਆ, ਸਾਡਾ ਤੋਸ਼ਾਖਾਨਾ ਹੋ ਗਿਆ, ਗੁਰੂ ਰਾਮਦਾਸ ਲਾਇਬ੍ਰੇਰੀ ਹੋ ਗਈ, ਸਿੱਖ ਰੈਫਰੈਂਸ ਲਾਇਬ੍ਰੇਰੀ ਹੋ ਗਈ। 4 ਸਾਡੀਆਂ ਵੱਡੇ ਜਿਹੜੇ ਮੁੱਢਲੇ ਖਜ਼ਾਨੇ, ਇਹਨਾਂ ਦਾ ਲੁੱਟਿਆ ਹੋਇਆ ਸਮਾਨ ਸਾਡਾ ਪੂਰਾ ਵਾਪਸ ਨਹੀਂ ਆਇਆ। ਕੀ ਗੱਲ ਇਹ ਚੀਜ਼ਾਂ ਅੱਜ ਮੰਥਨ ਦਾ ਵਿਸ਼ਾ ਨਹੀਂ ਹੈ? ਸਾਨੂੰ ਅੱਜ ਮੰਥਨ ਕਰਨਾ ਪੈਣਾ ਵੀ ਐਸਾ ਸਾਡੇ ਨਾਲ ਹੋਇਆ ਤੇ ਕਿਉਂ ਹੋਇਆ। ਦੂਜੀ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ, ਇੱਕ ਚੀਜ਼ ਮਹਿਸੂਸ ਕਰਕੇ ਵੇਖੋ, ਸਾਰੇ ਕਹੀ ਜਾਂਦੇ ਨੇ ਦਰਬਾਰ ਸਾਹਿਬ ਤੇ ਫੌਜ ਚੜ ਕੇ ਆਈ। ਮੈਂ ਕਹਿੰਦਾ ਦਰਸ਼ਕਾਂ ਨੂੰ ਵੀ ਇੱਕ ਬੇਨਤੀ ਹੈ ਤੇ ਤੁਹਾਨੂੰ ਵੀ ਬੇਨਤੀ ਕਰਦਾ ਮੈਂ, ਪਹਿਲਾਂ ਇਹ ਤੇ ਵੇਖੋ ਵੀ ਫੌਜ ਚੜ ਕੇ ਆਈ ਕਿ ਫੌਜ ਮੰਗਵਾਈ। ਦੋ ਚੀਜ਼ਾਂ ਦਾ ਅੰਤਰ ਆ ਜਾਂਦਾ ਹੈ। ਇੱਕ ਹੁੰਦਾ ਫੌਜ ਚੜ ਕੇ ਆਈ, ਇੱਕ ਹੁੰਦਾ ਮੰਗਵਾਈ। ਮੰਗਵਾਈ ਕਿਵੇਂ? ਤੁਸੀਂ ਦੇਖੋ ਵੀ ਕਾਂਗਰਸ ਤੇ ਫੌਜ ਚੜਾਉਣਾ ਚਾਹੁੰਦੀ ਹੈ, ਠੀਕ, ਇਹ ਤਾਂ ਗੱਲ ਬੜੀ ਕਲੀਅਰ ਹੋ ਗਈ। ਅਡਵਾਨੀ ਹੱਲਾਸ਼ੇਰੀ ਦਿੰਦਾ ਪਿਆ। ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਅਡਵਾਨੀ ਇਹ ਗੱਲ ਲਿਖਦਾ, IPC ਦੇ ਮੁਤਾਬਕ, ਇੰਡੀਅਨ ਪੈਨਲ ਕੋਡ ਦੇ ਮੁਤਾਬਕ ਸਾਜ਼ਿਸ਼ ਰਚਣ ਵਾਲਾ, ਉਹ ਸਾਜ਼ਿਸ਼ ਦੇ ਵਿੱਚ ਲੋਕਾਂ ਨੂੰ ਭੜਕਾਉਣ ਵਾਲਾ, ਉਹ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਾ 3 ਬਰੋਬਰ ਦੇ ਦੋਸ਼ੀ ਹੁੰਦੇ ਨੇ। ਅਡਵਾਨੀ ਮੰਨਦਾ ਪਿਆ ਆਪਣੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਹਿੰਦੂਆਂ ਨੂੰ ਆਪਣੇ ਨਾਲ ਜੋੜਨ ਦੇ ਵਾਸਤੇ। ਉਹ ਕਹਿੰਦਾ ਬਿਲਕੁਲ ਇੰਦਰਾ ਗਾਂਧੀ ਝਿਜਕਦੀ ਸੀ, ਅਸੀਂ ਹੱਲਾਸ਼ੇਰੀ ਦਿੱਤੀ ਹੈ ਤੇ ਇੰਦਰਾ ਗਾਂਧੀ ਨੇ ਇਹ ਕਾਰਵਾਈ ਕੀਤੀ ਹੈ। ਇਹਦਾ ਮਤਲਬ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਉਹ ਵੀ ਆਪਣੇ ਖੇਮੇ ਦੇ ਵਿੱਚ ਪਾ ਰਿਹਾ।
ਵੀ ਕਿਤੇ ਕਾਂਗਰਸ ਆਪਣੇ ਖੇਮੇ ਵਿੱਚ ਨਾ ਲੈ ਜਾਵੇ। ਇਸ ਕਤਲੇਆਮ ਨੂੰ ਮੈਂ ਵੀ ਆਪਣੇ ਖੇਮੇ ਵਿੱਚ ਪਾ ਕੇ ਤੇ ਜਿਹੜੀ ਸਾਡੀ ਕਮਿਊਨਿਟੀ ਹੈ ਉਹਨੂੰ ਖੁਸ਼ ਕਰਾਂ ਵੀ ਇਹ ਕਤਲੇਆਮ ਸਾਡੇ ਵੱਲੋਂ ਵੀ ਹੋਇਆ। ਹੁਣ ਇੱਥੇ ਛੋਟੀ ਜੀ ਗੱਲ ਅੰਦਾਜ਼ਾ ਲਾਓ, ਇਹ ਚੀਜ਼ਾਂ ਬੜੀਆਂ ਸਮਝਣ ਵਾਲੀਆਂ ਨੇ। ਹੁਣ ਕਾਂਗਰਸ ਭੇਜਣਾ ਚਾਹੁੰਦੀ ਹੈ ਅਕਾਲੀਆਂ ਦੀਆਂ ਚਿੱਠੀਆਂ ਵੀ ਤੁਸੀਂ ਭੇਜੋਗੇ ਜਦੋਂ ਫੌਜ, ਤੇ ਇਹਨਾਂ ਨੇ ਆਪਣੇ ਆਪ ਹੀ ਭੱਜ ਜਾਣਾ। ਭਿੰਡਰਾਂਵਾਲੇ ਨੇ, ਭਿੰਡਰਾਂਵਾਲਾ ਭੱਜ ਜਾਵੇਗਾ, ਹੁਣ ਸਾਡੇ ਕਾਬੂ ਤੋਂ ਬਾਹਰ ਹੋ ਗਿਆ। ਹੁਣ ਇਹ ਵੀ ਚਾਹੁੰਦੇ ਪਏ ਨੇ, ਇਹ ਵੀ ਚਾਹੁੰਦੇ ਪਏ ਨੇ, ਚਿੱਠੀਆਂ ਪਿਛਲੇ ਸਮੇਂ ਦੇ ਵਿੱਚ ਜਨਤਕ ਹੋ ਗਈਆਂ, ਇਹ ਵੀ ਚਾਹੁੰਦੇ ਨੇ ਫੌਜ ਆ ਜਾਵੇ। ਦੂਜੇ ਪਾਸੇ ਕਾਂਗਰਸ ਵੀ ਚਾਹੁੰਦੀ ਹੈ ਫੌਜ ਜਾਵੇ। ਤੀਜੇ ਪਾਸੇ ਵਾਜਪੇਈ ਤੇ ਅਡਵਾਨੀ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਨੇ, ਜਿਹਦੇ ਵਿੱਚ ਸ਼ਰੇਆਮ ਉਹਨਾਂ ਨੇ ਕਿਹਾ ਵੀ ਪੰਜਾਬ ਬਚਾਓ, ਪੰਜਾਬ ਦੇ ਵਿੱਚ ਫੌਜ ਭਿਜਵਾਓ। ਉਹ ਵੀ ਚਾਹੁੰਦੇ ਨੇ ਫੌਜ। ਹੁਣ ਰੋਕਣ ਵਾਲਾ ਇੱਥੇ ਕੌਣ ਹੈ ਵੀ ਨਹੀਂ ਭਾਈ ਇੱਥੇ ਫੌਜ ਦੀ ਜ਼ਰੂਰਤ ਨਹੀਂ ਹੈ, ਇਹ ਸਾਡਾ ਧਾਰਮਿਕ ਅਸਥਾਨ ਹੈ, ਇੱਥੇ ਕੁਝ ਵੀ ਨਹੀਂ ਹੈ। ਸਾਰੇ ਹੁਣ ਫੌਜ ਦੋ ਚੀਜ਼ਾਂ ਨੇ ਨਾ, ਫੌਜ ਆਈ ਕਿ ਫੌਜ ਮੰਗਵਾਈ, ਦੋ ਚੀਜ਼ਾਂ ਦੇ ਵਿੱਚ ਬੜਾ ਭਾਰੀ ਅੰਤਰ ਆ ਗਿਆ। ਫੌਜ ਆਈ 1 ਤਰੀਕ ਨੂੰ ਜੋ ਹੋਇਆ ਆਪਣਾ ਸਾਰਿਆਂ ਦੇ ਅੱਗੇ ਸਾਹਮਣੇ ਹੈ। ਮੈਂ ਥੋੜਾ ਜਿਹਾ ਇੱਥੇ ਥੋੜਾ ਸਮਾਂ ਤੁਹਾਡੇ ਨਾਲ ਲਾਵਾਂਗਾ। 2 ਨੂੰ ਕੀ ਹੁੰਦਾ ਸਾਡੇ ਸਾਹਮਣੇ ਹੈ, 3 ਨੂੰ ਕੀ ਹੁੰਦਾ ਸਾਡੇ ਸਾਹਮਣੇ ਹੈ। ਪਰ ਇੱਕ ਅੰਦਾਜ਼ਾ ਲਾ ਕੇ ਵੇਖਿਆ ਜੇ, ਜਿੱਦਣ ਸਾਡਾ ਸ਼ਹੀਦੀ ਦਿਹਾੜਾ ਹੁੰਦਾ, ਮੈਂ ਅੱਜ ਤੁਹਾਡੇ ਨਗਰ ਦੇ ਨੇੜੇ ਆਇਆ ਮੈਂ, ਥਾਂ ਥਾਂ ਤੇ ਸ਼ਬੀਲਾਂ ਲੱਗੀਆਂ ਸੀ, ਥਾਂ ਥਾਂ ਤੇ ਕਿਹਾ ਜਾ ਰਿਹਾ ਸੀ ਰੋਕ ਰੋਕ ਕੇ, ਸੜਕ ਤੇ ਅਗਲੇ ਪਾਸੇ ਹੋ ਕੇ, ਵੀਰ ਜੀ ਠੰਡਾ ਮਿੱਠਾ ਜਲ ਛਕ ਕੇ ਜਾਓ ਜੀ, ਲੰਗਰ ਵੀ। ਤੇ ਉਦੋਂ ਵੀ ਸਾਡਾ ਇਹੀ ਸ਼ਹੀਦੀ ਦਿਹਾੜਾ ਸੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ। ਸੰਗਤ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਆਈ ਹੈ। ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਲੋਕ ਜੁੜੇ ਨੇ। ਉਹਨਾਂ ਦੇ ਉੱਪਰ ਇਸ ਤਰੀਕੇ ਨਾਲ ਗੋਲੀਆਂ ਚਲਾਉਣੀਆਂ ਜਿਵੇਂ ਕੋਈ ਵੱਖਰੀ ਦੁਨੀਆ ਤੋਂ ਆਏ ਹੁੰਦੇ ਨੇ। ਪਤਾ ਨਹੀਂ ਕਿੱਡੇ ਕੋ ਵੱਡੇ ਅੱਤਵਾਦੀ ਨੇ, ਕਿ ਉਹ ਨਿੱਕੇ ਨਿੱਕੇ ਨਿਆਣੇ ਅੱਤਵਾਦੀ ਸੀ, ਕਿ ਉਹ ਭੈਣਾਂ ਅੱਤਵਾਦੀ ਸੀ। ਆਈ ਕੋਈ ਆਮ ਸੰਗਤ ਜਿਹਦਾ ਸ਼ਾਇਦ ਧਰਮ ਯੁੱਧ ਮੋਰਚੇ ਦੇ ਨਾਲ ਵੀ ਕੋਈ ਨਾਤਾ ਸਿੱਧੇ ਰੂਪ ਦੇ ਵਿੱਚ ਨਾ ਰਿਹਾ ਹੋਵੇ, ਕਿ ਉਹ ਸਾਰੇ ਇਸ ਤਰੀਕੇ ਨਾਲ ਸੀ। ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ, ਉਹਨਾਂ ਨੇ ਲਿਖਿਆ ਸੀ, ਉਹ ਕਹਿੰਦੇ ਸੰਗਤ ਨੇ ਜੋੜੇ ਜਮਾ ਕਰਵਾਏ, ਟੋਕਨ ਲਏ, ਜੋੜੇ ਉਸੇ ਪ੍ਰਕਾਰ ਪਏ ਰਹਿ ਗਏ, ਕੋਈ ਜੋੜੇ ਲੈਣ ਨਹੀਂ ਸੀ ਆਇਆ। ਉਹ ਟੋਕਨ ਕਿੱਥੇ ਚਲੇ ਗਏ? ਉਹਨਾਂ ਟੋਕਨਾਂ ਦੇ ਆਧਾਰ ਦੇ ਉੱਪਰ ਕਾਰਵਾਈਆਂ ਕਿਉਂ ਨਹੀਂ ਹੋਈਆਂ? ਕੀ ਇਹ ਸਵਾਲ ਨਹੀਂ ਹੈ? ਅੱਜ ਹੁਣ 6 ਜੂਨ ਦੇ ਉੱਪਰ, ਠੀਕ ਹੈ 6 ਜੂਨ ਮਨਾਇਆ ਜਾਂਦਾ ਹੈ, ਦੁਨੀਆ ਮਨਾਉਂਦੀ ਹੈ, ਠੀਕ ਹੈ, ਸਾਡਾ ਇੱਕ ਦਰਦ ਹੈ ਉਹ ਸਾਡਾ ਬਾਹਰ ਆਉਂਦਾ ਹੈ, ਪਰ ਇਹਦੇ ਤੇ ਬੜੇ ਵੱਡੇ ਮੰਥਨ ਕਰਨੇ ਬਣਦੇ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ, ਮੈਂ ਸਾਡੇ ਦਰਸ਼ਕ ਬੜੇ ਸਿਆਣੇ ਨੇ, ਠੀਕ ਹੈ, ਸਾਕੇ ਦੀ ਗੱਲ ਕਰਦਾ ਮੇਰਾ ਆਪਣਾ ਮਨ ਭਰਦਾ ਹੈ। ਹਾਂਜੀ ਭਾਈ ਸ਼ਰਨਜੀਤ ਜੀ, ਇੱਕ ਚੀਜ਼ ਨੂੰ ਥੋੜਾ ਜਿਹਾ ਹੋਰ ਸਮਝੋ। ਅੰਤਮ ਕਿਰਿਆ ਇੱਕ ਕੈਦੀ ਦਾ ਵੀ ਰਾਈਟ ਹੈ। ਪਹਿਲੀ ਗੱਲ ਤੇ ਉਹਦੀ ਡੈੱਡ ਬੋਡੀ ਉਹਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਜੇ ਡੈੱਡ ਬੋਡੀ ਕਿਸੇ ਵੀ ਤਰੀਕੇ ਨਾਲ ਪਰਿਵਾਰ ਨੂੰ ਨਾ ਦਿੱਤੀ ਜਾਵੇ ਤੇ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹਦੇ ਧਰਮ ਦੇ ਮੁਤਾਬਕ ਕੀਤੀਆਂ ਜਾਂਦੀਆਂ ਨੇ, ਵੀ ਇਹਦਾ ਆ ਧਰਮ ਹੈ, ਇਹਦੇ ਧਰਮ ਦੇ ਮੁਤਾਬਕ ਇਹਦੀਆਂ ਅੰਤਮ ਰਸਮਾਂ ਹੋਣੀਆਂ ਚਾਹੀਦੀਆਂ ਨੇ। ਮੈਂ ਦੁਨੀਆ ਨੂੰ ਪੁੱਛਣਾ ਚਾਹੁੰਦਾ ਮੈਂ, ਜਿਹੜੇ ਕਹਿੰਦੇ ਵੀ ਬਹੁਤ ਵਧੀਆ ਹੋ ਗਿਆ, ਜਿਨ੍ਹਾਂ ਨੇ ਇੱਥੇ ਵੈਲਕਮ ਵੀ ਫੌਜ ਦਾ ਕੀਤਾ, ਭੰਗੜੇ ਵੀ ਪਾਏ, ਲੱਡੂ ਵੀ ਵੰਡੇ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਸਾਡੀਆਂ ਅੰਤਮ ਕਿਰਿਆ, ਇਹ ਸਾਡਾ ਰਾਈਟ ਨਹੀਂ ਸੀ ਸਾਡੀਆਂ ਤੇ ਅੰਤਮ ਕਿਰਿਆ ਵੀ ਕਿਸੇ ਨੇ ਨਾ ਕੀਤੀਆਂ? ਇੱਕ ਚੀਜ਼ ਅੱਜ ਕੱਲ ਨਾ ਸਾਡੇ ਕੋਲ ਫਰੀਜ਼ਰ ਜੇ ਹੁੰਦੇ ਨੇ ਜਿਹਦੇ ਵਿੱਚ ਅਸੀਂ ਡੈੱਡ ਬੋਡੀ ਰੱਖ ਦਿੰਦੇ ਆ, 1 ਦਿਨ ਰੱਖ ਲਈ, 2 ਦਿਨ ਰੱਖ ਲਈ, 3 ਦਿਨ ਰੱਖ ਲਈ। ਇਸ ਤੋਂ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਆਪਾਂ ਛੋਟੇ ਹੁੰਦੇ ਸਾਂ ਤੇ ਬਰਫ਼ ਲਾਈ ਜਾਂਦੀ ਹੁੰਦੀ ਸੀ, ਬਰਫ਼ ਨਾਲ ਲਾ ਦਿੰਦੇ ਸੀ, ਲਾਸ਼ ਖਰਾਬ ਨਾ ਹੋਵੇ, ਲਾਸ਼ ਦੇ ਵਿੱਚੋਂ ਮੁਸ਼ਕ ਨਾ ਆਵੇ, ਦੂਰ ਨੇੜੇ ਦੇ ਰਿਸ਼ਤੇਦਾਰ ਇਕੱਠੇ ਹੋ ਜਾਣ, ਫਿਰ ਆਪਾਂ ਸੰਸਕਾਰ ਕਰ ਦਿਆਂਗੇ। 6 ਜੂਨ ਅੱਤ ਦੀ ਗਰਮੀ, ਉਧਰ ਗੋਲਾਬਾਰੀ ਹੋਣ ਕਰਕੇ ਹੋਰ ਜ਼ਿਆਦਾ ਤਾਪਮਾਨ ਜਿਹੜਾ ਟੈਂਪਰੇਚਰ ਹੈ ਉਹ ਵਧਿਆ ਹੋਇਆ ਆ। ਤੀਜੇ ਨੰਬਰ ਦੇ ਉੱਪਰ ਤੱਤਾ ਫਰਸ਼ ਹੈ, ਸੰਗਮਰਮਰ ਲੱਗਾ ਹੋਇਆ, ਸਾਡੀਆਂ ਲਾਸ਼ਾਂ ਵਿਛੀਆਂ ਪਈਆਂ ਨੇ ਥਾਂ ਥਾਂ ਦੇ ਉੱਪਰ, ਲਾਸ਼ਾਂ ਦੇ ਵਿੱਚੋਂ ਮੁਸ਼ਕ ਆ ਰਿਹਾ ਹੈ। ਤੇ ਫਿਰ ਸਾਡੀਆਂ ਅੰਤਮ ਕਿਰਿਆਵਾਂ ਕਿਵੇਂ ਹੁੰਦੀਆਂ ਨੇ? ਕਹਿੰਦੇ ਵੀ ਇਹ ਲਾਸ਼ਾਂ ਮੁਸ਼ਕ ਰਹੀਆਂ ਨੇ, ਇਹ ਤੋਂ ਚੁਕਮਾਈਆਂ ਜਾਣ। ਸਾਕੇ ਤੋਂ ਬਾਅਦ ਦੀ ਗੱਲ, ਇਹ ਚੁਕਮਾਈਆਂ ਜਾਣ, ਕੋਈ ਲਾਸ਼ਾਂ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ। ਕਹਿੰਦੇ ਮੁਸ਼ਕ ਆ ਰਿਹਾ ਹੈ, ਫੁੱਲ ਚੁੱਕੀਆਂ ਨੇ, ਇਹਨਾਂ ਨੂੰ ਅਸੀਂ ਹੱਥ ਨਹੀਂ ਲਾਉਣਾ, ਗਲ ਚੁੱਕੀਆਂ ਨੇ। ਕਿਹਾ ਗਿਆ ਕਹਿੰਦੇ ਚਿੰਤਾ ਨਾ ਕਰੋ, ਸ਼ਰਾਬ ਦਿੱਤੀ ਜਾਵੇਗੀ, ਜੋ ਇਹਨਾਂ ਦੇ ਹੱਥਾਂ ਵਿੱਚ, ਪੈਰਾਂ ਵਿੱਚ, ਕੰਨਾਂ ਵਿੱਚ, ਨੱਕ ਵਿੱਚ ਜੋ ਵੀ ਤੁਹਾਨੂੰ ਮਿਲਦਾ ਹੈ ਉਹ ਸਾਰਾ ਕੁਝ ਲਾ ਲਿਆ ਜਾਵੇ, ਉਹ ਲੁੱਟ ਲਿਆ ਜਾਵੇ, ਲੁੱਟ ਮਾਰ ਤੁਹਾਡੀ, ਇਹਨਾਂ ਨੂੰ ਕਿਤੇ ਵੇਲੇ ਲਾਓ। ਕਹਿੰਦੇ ਜੀ ਕਿਹਦੇ ਤੇ ਲੱਦ ਕੇ ਲਿਜਾਣਾ ਹੈ? ਕੂੜੇ ਵਾਲੀਆਂ ਗੱਡੀਆਂ ਦੇ ਵਿੱਚ। ਕਿੱਥੇ ਜਾ ਕੇ ਸੁੱਟਾਂਗੇ? ਜਿੱਥੇ ਕੂੜਾ ਸੁੱਟ ਦਿਓ। ਕਿਵੇਂ ਫੂਕੀਏ? ਇਹਨਾਂ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਇਹਨਾਂ ਨੂੰ ਫੂਕ ਦਿਓ, ਤੇ ਜੇ ਕੋਈ ਅੱਧ ਸੜੀਆਂ ਰਹਿ ਗਈਆਂ ਉਹ ਕੁੱਤੇ ਬਿੱਲੇ ਆਦਿ ਕਿ ਜਿਹੜੇ ਜਾਨਵਰ ਨੇ ਉਹ ਖਾ ਜਾਣਗੇ। ਸਾਡਾ ਦੋਸ਼ ਕੀ ਹੈ ਭਾਈ? ਦੱਸਿਆ ਤੇ ਜਾਵੇ, ਸਾਡਾ ਕਸੂਰ ਕੀ ਸੀ? ਅਸੀਂ ਕੌਮੀ ਘਰ ਦੀ ਮੰਗ ਕਰਦੇ ਹਾਂ, ਆਜ਼ਾਦੀ ਨਾਲ ਰਹਿਣਾ ਚਾਹੁੰਦੇ ਹਾਂ। ਕਦੀ ਸਾਨੂੰ ਵੀ ਕੋਈ ਪੁੱਛ ਕੇ ਵੇਖੇ ਵੀ ਜੇ ਸਾਡੇ ਵਿੱਚ ਬਾਗੀ ਸੁਰਾਂ ਆਈਆਂ
ਤੇ ਬਾਗੀ ਸੁਰਾਂ ਕਿਉਂ ਆਈਆਂ? ਜੇ ਸਾਡੇ ਦਿਲ ਦੇ ਵਿੱਚ ਕਿਤੇ ਥੋੜਾ ਮਾਤਰਾ ਵੀ ਦੇਸ਼ ਪ੍ਰੇਮ ਨਹੀਂ ਜਾਗਿਆ, ਉਹਦਾ ਕਾਰਨ ਕੀ ਹੋ ਸਕਦਾ ਹੈ? ਸਾਨੂੰ ਕਿਉਂ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ? ਇਹ ਸਾਰੀਆਂ ਚੀਜ਼ਾਂ ਤੇ ਮੰਥਨ ਨਹੀਂ ਸੀ ਹੋਣਾ ਚਾਹੀਦਾ, ਸਿਰ ਜੋੜ ਕੇ ਬਹਿਣਾ ਨਹੀਂ ਸੀ ਚਾਹੀਦਾ। ਇਹ ਸਾਰਾ ਕੁਝ ਸਾਡੇ ਨਾਲ ਹੋਇਆ। ਹੁਣ ਮੈਂ ਇੱਥੇ ਘਟਨਾਵਾਂ ਦੀ ਜੇ ਗੱਲ ਕਰਾਂਗਾ ਤੇ ਬੜੀ ਇੱਕ ਲੰਬੀ ਲਿਸਟ ਬਣ ਜਾਵੇਗੀ, ਪਰ ਮੈਨੂੰ ਅਜੇ ਤੱਕ ਵੀ ਇੱਕ ਗੱਲ ਯਾਦ ਹੈ। ਮੁਕਤਸਰ ਦਰਬਾਰ ਸਾਹਿਬ ਤੋਂ ਲੰਗਰ ਜਾ ਰਿਹਾ ਸੀ ਤੇ ਮੈਂ ਪੁੱਛਿਆ, ਮੈਂ ਕਿਹਾ ਲੰਗਰ ਕਿੱਥੇ ਜਾ ਰਿਹਾ? ਕਹਿੰਦੇ ਜੇਲ੍ਹ 'ਚ ਜਾ ਰਿਹਾ। ਸ਼ਾਇਦ ਪੂਰਨਮਾਸ਼ੀ ਵਾਲਾ ਦਿਨ ਸੀ। ਮੈਂ ਕਿਹਾ ਬਾਈ ਮੈਂ ਜੇਲ੍ਹ ਨਹੀਂ ਵੇਖੀ, ਮੈਂ ਜੇਲ੍ਹ ਵੇਖਣੀ ਹੈ। ਤੇ ਮੈਨੂੰ ਨਾਲ ਦੇ ਸ਼ਰਾਰਤਾਂ ਲੱਗ ਪਏ ਕਰਨ, ਕਹਿੰਦੇ ਜਿਵੇਂ ਤੂੰ ਤੱਤਾ ਬੋਲਣਾ ਛੇਤੀ ਜੇਲ੍ਹ ਵੇਖੇਗਾ। ਮੈਂ ਕਿਹਾ ਚਲੋ ਉਦੋਂ ਵੇਖਾਂਗੇ ਜਦੋਂ ਵੇਖਾਂਗੇ, ਪਰ ਮੈਂ ਅੱਜ ਜੇਲ੍ਹ ਵੇਖਣੀ ਹੈ। ਮੈਂ ਅਜੇ ਤੱਕ ਵੀ ਕਹਿੰਦਾ ਮੈਨੇਜਰ ਜਰਨੈਲ ਸਿੰਘ ਹੁੰਦਾ ਸੀ ਤੇ ਮੈਂ ਕਿਹਾ ਮੈਂ ਜੇਲ੍ਹ ਵੇਖਣੀ। ਉਹ ਕਹਿੰਦੇ ਫਿਰ ਨਾਲ ਹੀ ਉੱਥੇ ਲੰਗਰ ਪ੍ਰਸ਼ਾਦਾ ਵਰਤਾ ਦਿਆ ਜੇ। ਅਸੀਂ ਜਦੋਂ ਜੇਲ੍ਹ ਦੇ ਵਿੱਚ ਗਏ ਹਾਂ, ਸਾਡੇ ਨਿਸ਼ਾਨੀਆਂ ਲਾਈਆਂ ਗਈਆਂ, ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਵਰਤਾਉਣ ਲੱਗ ਪਏ। ਮੈਂ ਅੱਜ ਵੀ ਨਾਮ ਲੈ ਕੇ ਗੱਲ ਕਰਦਾ ਵਾਂ, ਸ਼ਰਮਾ ਜੀ ਹੁੰਦੇ ਸੀ, ਉਸ ਤੋਂ ਬਾਅਦ ਸੰਗਰੂਰ ਜੇਲ੍ਹ ਤੋਂ ਰਿਟਾਇਰ ਹੋਏ ਨੇ, ਅੱਜ ਵੀ ਸੰਗਰੂਰ ਜਿਉਂਦੇ ਜਾਗਦੇ ਨੇ। ਸੀ ਹਿੰਦੂ ਭਰਾ, ਪਰ ਇਨਸਾਨੀਅਤ ਉਹਦੇ ਅੰਦਰ ਜਿਉਂਦੀ ਸੀ, ਜਾਗਦੀ ਸੀ। ਉਹ ਕਹਿੰਦਾ ਗੁਰੂ ਘਰ ਦਾ ਲੰਗਰ ਆਇਆ, ਸੱਚੀ ਮੁੱਚੀ ਉਹਨੇ ਹੱਥ ਤੇ ਪ੍ਰਸ਼ਾਦਾ ਛਕਿਆ। ਮੈਂ ਅੱਜ ਵੀ ਕਹਿਣਾ ਵਾਂ, ਚੰਗੇ ਨੂੰ ਚੰਗਾ ਕਹਾਂਗੇ। ਸਾਨੂੰ ਕੋਈ ਕਾਲੇ ਕੁੱਤੇ ਨੇ ਥੋੜਾ ਵੱਡਿਆ ਵੀ ਹਰੇਕ ਦੇ ਜਾ ਕੇ ਵਿੱਚ ਸਿਰ ਮਾਰਾਂਗੇ। ਕਿਉਂ ਮਾਰਾਂਗੇ ਬਾਈ? ਕਿ 4 ਬੰਦਿਆਂ ਦੇ ਮੈਂ ਅਗੇਂਸਟ ਹੋ ਸਕਦਾ, ਮੈਂ ਕਮਿਊਨਿਟੀ ਦੇ ਅਗੇਂਸਟ ਨਹੀਂ ਆ। ਇਹ ਗੱਲ ਮੈਂ ਕਲੀਅਰ ਕਰ ਦਿਆਂ। ਕਈਆਂ ਨੂੰ ਲੱਗਦਾ ਮਖੂ ਹਿੰਦੂ ਵਿਰੋਧੀ ਹੈ, ਨਹੀਂ। ਮੈਂ ਕੁਝ ਕੱਟੜ ਜੇ ਲੋਕ ਨੇ ਜਿਹੜੇ ਸਾਡੇ ਧਰਮ ਤੇ ਉਂਗਲ ਚੁੱਕਦੇ ਨੇ, ਮੈਂ ਉਹਨਾਂ ਦਾ ਵਿਰੋਧੀ ਹਾਂ, ਮੈਂ ਕਮਿਊਨਿਟੀ ਦਾ ਵਿਰੋਧੀ ਨਹੀਂ। ਉਹਨੇ ਹੱਥਾਂ ਤੇ ਰੱਖ ਕੇ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਜਦੋਂ ਸਾਰੇ ਕੈਦੀ ਉੱਥੇ ਆਪੋ ਆਪਣੇ ਬਰਤਨ ਲੈ ਕੇ ਆਗੇ ਬਹਿ ਗਏ, ਪ੍ਰਸ਼ਾਦਾ ਲੱਗੇ ਛਕਾਉਣ। ਉਹ ਕਹਿੰਦਾ ਬਾਈ ਜੀ ਅਗਲੀ ਵਾਰੀ ਜਦੋਂ ਆਏ ਨਾ ਤੇ ਆਪਣਾ ਕੋਈ ਪ੍ਰਚਾਰਕ ਨਾਲ ਲੈ ਕੇ ਆਇਆ ਜੇ, ਮੇਰਾ ਚਿੱਤ ਕਰਦਾ ਵੀ ਇੱਥੇ ਆਪਾਂ ਥੋੜਾ ਬਹੁਤਾ ਲੈਕਚਰ ਕਰਵਾਇਆ ਕਰਾਂਗੇ। ਤੇ ਮੈਂ ਹੌਲੀ ਜਿਹੀ ਬੋਲਿਆ, ਮੈਂ ਕਿਹਾ ਜੀ ਮੈਂ ਪ੍ਰਚਾਰਕ ਹਾਂ ਤੇ ਮੈਂ ਨਾਲ ਤਾਂ ਆਇਆ ਸਾਂ ਵੀ ਮੈਂ ਜੇਲ੍ਹ ਨਹੀਂ ਵੇਖੀ। ਮੈਨੂੰ ਕਹਿੰਦੇ ਕੋਈ ਗੱਲ ਨਹੀਂ, ਜੇਲ੍ਹ ਤੇ ਹੁਣ ਤੁਸੀਂ ਵੇਖ ਲਈ। ਕਹਿੰਦਾ ਵੀ ਉਹ ਰੁਕੋ ਮੁੰਡਿਓ ਰੁਕੋ। ਕਹਿੰਦਾ ਪ੍ਰਸ਼ਾਦਾ ਬਾਅਦ ਛਕਾਉਣੀਆਂ ਪਹਿਲਾਂ ਆਪਾਂ ਲੈਕਚਰ ਕਰਦੇ ਆਂ। ਉੱਥੇ ਕਿਹੜਾ ਕੋਈ ਦਰੀਆਂ ਵਿਛਾਉਣੀਆਂ ਸੀ, ਉੱਥੇ ਹੀ ਸਾਰੇ ਇਕੱਠੇ ਹੋ ਕੇ ਬਹਿ ਗਏ। ਉੱਥੇ ਹੀ ਖਲੋ ਕੇ ਬਿਨਾਂ ਮਾਈਕ ਤੋਂ ਮੈਂ ਲੈਕਚਰ ਦਿੱਤਾ। ਕਰੀਬ ਮੈਂ ਮੇਰੇ ਖਿਆਲ ਦੇ ਵਿੱਚ ਕੋਈ 40 45 ਜਾਂ 50 ਮਿੰਟ ਬੋਲਿਆ ਹੋਵਾਂਗਾ ਜਿੰਨਾ ਮੈਂ। ਉਹ ਸਾਰੇ ਵੀਰ ਮੈਨੂੰ ਮਿਲੇ, ਗੱਲਾਂ ਬਾਤਾਂ ਕੀਤੀਆਂ। ਉਸ ਤੋਂ ਬਾਅਦ ਮੈਨੂੰ ਆਪਣੇ ਘਰ ਲੈ ਕੇ ਆ ਗਏ। ਕਹਿੰਦੇ ਕੋਈ ਨਹੀਂ ਮੈਂ ਛੱਡ ਆਊਂਗਾ, ਗੱਡੀ ਜਾਣ ਦਿਓ। ਮੈਂ ਪੁੱਛਿਆ, ਮੈਂ ਕਿਹਾ ਜੀ ਜਦੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੰਦੇ ਆ ਤੇ ਜੋ ਆਪਾਂ ਫਿਲਮਾਂ ਦੇ ਵਿੱਚ ਵੇਖਦੇ ਹਾਂ ਅੰਤਮ ਇੱਛਾ ਪੁੱਛੀ ਜਾਂਦੀ ਹੈ, ਉਹਨਾਂ ਨੇ ਕੋਈ ਬਠਿੰਡਾ ਜੇਲ੍ਹ ਦਾ ਵੇਰਵਾ ਪਾਇਆ, ਜਲਾਲਾਬਾਦ ਦੇ ਕਿਸੇ ਨੂੰ ਫਾਂਸੀ ਦਿੱਤੀ ਗਈ ਸੀ, ਸ਼ਾਇਦ ਪੁਰਾਣੀ ਗੱਲ ਸੁਣਾ ਰਹੇ ਸੀ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਦਿੱਤੀਆਂ। ਕਹਿੰਦੇ ਫਾਂਸੀ ਐਡੀ ਸੌਖੀ ਨਹੀਂ ਹੈ ਵੀ ਕਿਸੇ ਨੂੰ ਫਾਹ ਦੇ ਦਿੱਤਾ, ਲਮਕਾ ਦਿੱਤਾ। ਕਹਿੰਦੇ ਬੜਾ ਬਰੀਕੀ ਵਾਲਾ ਵਿਸ਼ਾ ਆ, ਉਹਦੇ ਭਾਰ ਦੇ ਅਕੋਰਡਿੰਗ ਰੱਸਾ ਉੱਚਾ ਨੀਵਾਂ ਕੀਤਾ ਜਾਂਦਾ ਹੈ। ਮੈਂ ਕਿਹਾ ਕਿਉਂ? ਕਹਿੰਦੇ ਮੰਨ ਲਓ ਕਿਸੇ ਨੂੰ ਲਮਕਾਤਾ, ਕਿਉਂਕਿ ਜਦੋਂ ਜੱਜ ਨੇ ਲਿਖਿਆ ਟੂ ਬੀ ਹੈਂਗਡ, ਇਹਨੂੰ ਟੰਗ ਦਿਓ, ਕਦੋਂ ਤੱਕ? ਟਿਲ ਡੈਥ, ਮੌਤ ਤੱਕ ਇਹਨੂੰ ਲਮਕਾ ਕੇ ਟੰਗ ਕੇ ਰੱਖੋ। ਉਹਦੀ ਮੌਤ ਹੋ ਗਈ। ਕਹਿੰਦੇ ਜੇ ਜ਼ਿਆਦਾ ਸਮਾਂ ਲਮਕਾ ਦਿੱਤਾ, ਉਹਦੀ ਧੌਣ ਲਮਕ ਗਈ ਤੇ ਪਰਿਵਾਰ ਦਾਅਵਾ ਕਰ ਸਕਦਾ ਹੈ, ਪਰਿਵਾਰ ਕੋਰਟ ਦੇ ਵਿੱਚ ਕਲੇਮ ਕਰ ਸਕਦਾ ਹੈ ਵੀ ਸਾਡੇ ਬੰਦੇ ਨੂੰ ਫਾਹਾ ਤੇ ਦਿੱਤਾ, ਪਰ ਨਿਰਦਈ ਢੰਗ ਦੇ ਨਾਲ ਦਿੱਤਾ। ਆਹ ਦੇਖੋ ਇਹਦੀ ਡੈੱਡ ਬੋਡੀ ਜਿਹੜੀ ਇਸ ਗੱਲ ਦਾ ਸਬੂਤ ਹੈ। ਹੁਣ ਤੁਸੀਂ ਇੱਕ ਅੰਦਾਜ਼ਾ ਲਾਓ ਬਈ ਜੇ ਕੋਈ ਮੁਜਰਮ ਵੀ ਹੋਵੇ, ਕਿੱਡਾ ਵੱਡਾ ਗੁਨਾਹ ਵੀ ਕੀਤਾ ਹੋਵੇ, ਉਹਨੂੰ ਫਾਂਸੀ ਦੀ ਸਜ਼ਾ ਵੀ ਹੋ ਜਾਵੇ ਤੇ ਸਜ਼ਾ ਦੇ ਦੌਰਾਨ ਵੀ ਉਹ ਖਿਆਲ ਰੱਖਿਆ ਜਾਂਦਾ ਹੈ ਵੀ ਇਹਨੂੰ ਫਾਂਸੀ ਕਿਵੇਂ ਦੇਣੀ ਹੈ। ਡੈੱਡ ਬੋਡੀ ਪਰਿਵਾਰ ਦੇ ਹਵਾਲੇ ਕੀਤੀ ਜਾਂਦੀ ਹੈ, ਉਹਦੀਆਂ ਵੀ ਅੰਤਮ ਰਸਮਾਂ ਹੁੰਦੀਆਂ ਨੇ। ਹੁਣ ਮੈਂ ਆਦਮਾ ਆਪਣੇ ਇਸ ਸਾਕੇ ਦੇ ਉੱਪਰ, ਇੱਥੇ ਸਾਡੀਆਂ ਡੈੱਡ ਬੋਡੀ ਕਿੱਥੇ ਸੀ? ਪਰਿਵਾਰਾਂ ਨੂੰ ਮਿਲੀਆਂ, ਸਾਡੀਆਂ ਨਹੀਂ ਮਿਲੀਆਂ। ਸਾਡੀਆਂ ਅੰਤਮ ਰਸਮਾਂ ਹੋਈਆਂ, ਸਾਡੀਆਂ ਅੰਤਮ ਰਸਮਾਂ ਨਹੀਂ ਹੋਈਆਂ। ਜੋ ਸਾਡਾ ਰਾਈਟ ਹੈ, ਹਰ ਬੰਦੇ ਦਾ ਇੱਕ ਰਾਈਟ ਹੈ ਵੀ ਉਹਦੇ ਧਰਮ ਦੇ ਮੁਤਾਬਕ ਉਹਦੀਆਂ ਅੰਤਮ ਰਸਮਾਂ ਹੋਣ। ਮੈਂ ਹਿਸਟਰੀ ਪੜ੍ਹਦਾ ਵਾਂ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹਿਆ। ਕਹਿੰਦੇ ਲਾਹੌਰ ਦੇ ਵਿੱਚ ਕਾਲ ਪੈ ਗਿਆ, ਲਾਹੌਰ ਦੇ ਵਿੱਚ ਕਾਲ ਪੈ ਗਿਆ ਇੱਕ ਵਾਰ। ਉਹ ਲਾਹੌਰ ਦੇ ਵਿੱਚ ਕਾਲ ਪੈਣ ਦਾ ਕਾਰਨ ਸੀ ਆ ਨਹਿਰਾਂ ਆ ਗਈਆਂ, ਮੈਨਮੇਡ ਆ ਗਈਆਂ। ਇਸ ਤੋਂ ਆਪਾਂ ਹੋਰ ਥੋੜਾ ਜਿਹਾ ਸਾਡੇ ਟਿਊਬਲ ਆ ਗਏ, ਜਿਹਨੂੰ ਹਰੀ ਕ੍ਰਾਂਤੀ ਦਾ ਆਪਾਂ ਨਾਮ ਦਿੰਦੇ ਆ। ਉਹਦੇ ਵੇਲੇ ਬੜਾ ਕੁਝ ਆ ਗਿਆ। ਅੱਗੇ ਖੇਤੀ ਕੁਦਰਤੀ ਹੁੰਦੀ ਸੀ, ਜੇ ਤੇ ਬਰਸਾਤਾਂ ਹੋ ਗਈਆਂ ਫਸਲ ਬੜੀ ਸੋਹਣੀ, ਜੇ ਕਿਤੇ ਬਰਸਾਤਾਂ ਨਾ ਹੋਈਆਂ ਕਹਿੰਦੇ ਕਾਲ ਪੈ ਗਿਆ, ਬੁਰੇ ਹਾਲਾਤ ਹੋ ਗਏ। ਕਹਿੰਦੇ ਕਾਲ ਪੈ ਗਿਆ, ਲੋਕ ਮਰਨ ਲੱਗ ਪਏ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਥੋਂ ਗਏ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਇੱਥੋਂ ਨੇੜੇ ਪੈ ਜਾਂਦਾ ਹੈ। ਫਿਰੋਜ਼ਪੁਰ ਤੋਂ ਕਸੂਰ ਨੇੜੇ ਹੈ, ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੇੜੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਕਾਲ ਪਿਆ, ਗੱਡਿਆਂ ਦੇ ਗੱਡੇ ਭਰ ਕੇ ਲੈ ਕੇ ਜਾਓ, ਰਾਸ਼ਨ ਵੀ ਇੱਥੋਂ ਜਾਏਗਾ, ਇੱਥੋਂ ਬਰਤਨ ਭਾਂਡਾ ਵੀ ਜਾਏਗਾ, ਇੱਥੋਂ ਕੱਪੜਾ ਲੀੜਾ ਵੀ ਜਾਵੇਗਾ। ਜਦੋਂ ਉੱਥੇ ਗਏ ਤੇ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਬਈ ਬਰਤਨ ਭਾਂਡੇ ਦੀ ਵੀ ਲੋੜ ਬਾਅਦ ਵਿੱਚ, ਲੋਕ ਮਰ ਬੜੇ ਗਏ ਨੇ ਤੇ ਆਪਾਂ ਇਹਨਾਂ ਦਾ ਅੰਤਮ ਕਿਰਿਆ, ਪਾਤਸ਼ਾਹ ਕਹਿਣ ਲੱਗੇ ਧਰਮ ਦੇ ਮੁਤਾਬਕ ਅੰਤਮ ਕਿਰਿਆ ਹੋਵੇ, ਜੋ ਉਹਦਾ ਧਰਮ ਹੈ ਨਾ ਹੱਕ ਬਣਦਾ, ਉਹਦੇ ਮੁਤਾਬਕ ਉਹਦੀ ਅੰਤਮ ਕਿਰਿਆ ਹੋਵੇ।
ਅਸੀਂ ਇੰਨਾ ਖਿਆਲ ਰੱਖਦੇ ਹਾਂ ਵੀ ਜੇ ਸਾਡੇ ਸਾਹਮਣੇ ਹਿੰਦੂ ਭਰਾ ਦੀ ਵੀ ਮੌਤ ਹੋ ਗਈ ਹੈ ਤੇ ਉਹਦੀ ਅੰਤਮ ਕਿਰਿਆ ਉਹਦੇ ਧਰਮ ਦੇ ਮੁਤਾਬਕ ਹੋਵੇ। ਸਾਡੇ ਧਰਮ ਦੇ ਮੁਤਾਬਕ ਸਾਡੀਆਂ ਅੰਤਮ ਕਿਰਿਆਵਾਂ ਕਿੱਥੇ ਹੋਈਆਂ ਨੇ? ਨਹੀਂ। ਹੁਣ ਮੈਂ ਜਲਿਆਂਵਾਲੇ ਬਾਗ ਦੀ ਗੱਲ ਕਰਦਾ ਵਾਂ। 1919 ਦੇ ਵਿੱਚ ਸਾਕਾ ਵਾਪਰਿਆ, ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ। ਜਨਰਲ ਡਾਇਰ ਦੇ ਹੁਕਮਾਂ ਦੇ ਉੱਪਰ ਕੁਝ ਮਿੰਟ ਗੋਲੀ ਚੱਲੀ, ਹੰਟਰ ਕਮਿਸ਼ਨ ਬਣਾਇਆ ਗਿਆ। ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪੀ, ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ, ਖਰਜਾਨੇ ਦਿੱਤੇ ਗਏ। ਇੱਕ ਫੌਜੀ ਅਫਸਰ ਨੂੰ ਜੋ ਰਿਟਾਇਰਮੈਂਟ ਤੋਂ ਬਾਅਦ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੋਂ ਵਾਂਝੇ ਰੱਖਿਆ ਗਿਆ ਡਾਇਰ ਨੂੰ। ਹੁਣ ਇਹ ਸਾਰਾ ਕੁਝ ਹੋਇਆ। ਹੁਣ ਇੱਕ ਚੀਜ਼ ਮੰਨ ਕੇ ਚੱਲੋ, ਜਦੋਂ ਤੇ ਗੋਰੀ ਸਰਕਾਰ ਸੀ, ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ, ਜਿਹਨੂੰ ਆਜ਼ਾਦ ਭਾਰਤ ਕਹਿੰਦੇ ਆ। 47 ਤੋਂ ਬਾਅਦ 84 ਵਾਪਰਦਾ ਹੈ। ਬਿਲਕੁਲ। ਸਾਡੀਆਂ ਲਾਸ਼ਾਂ ਕਿੱਥੇ ਹੈ? ਸਾਡੇ ਮ੍ਰਿਤਕ ਦੇਹਾਂ ਕਿੱਥੇ ਹੈ? ਸਾਡੀਆਂ ਅੰਤਮ ਕਿਰਿਆਵਾਂ ਕਿੱਥੇ ਹੈ? ਸਾਡੇ ਤੇ ਪਰਿਵਾਰਾਂ ਨੂੰ ਉਹ ਵੀ ਨਾ ਮਿਲੀਆਂ। ਹੁਣ ਇਸ ਸਾਕੇ ਨੂੰ ਐਡਾ ਨਿੱਕਾ ਨਾ ਜਾਣੋ ਜਿੱਦਾਂ ਨਿੱਕਾ ਆਪਾਂ ਜਾਣ ਕੇ ਬਹਿ ਗਏ ਆ ਵੀ ਜੂਨ 1984 ਵਾਪਰਿਆ, ਫੌਜ ਚੜ ਕੇ ਆ ਗਈ। ਸਾਡਾ ਸ਼ਹੀਦੀ ਦਿਹਾੜਾ ਕਿਉਂ ਚੁਣਿਆ ਗਿਆ ਬਈ? ਬਿਲਕੁਲ। ਇੱਥੇ ਬਸ ਨਹੀਂ ਹੋ ਜਾਂਦੀ, ਇਹਦੋਂ ਵੀ ਅੱਗੇ ਆਪਾਂ ਥੋੜੀ ਚੱਲੀਏ। ਸਾਡਾ ਸ਼ਹੀਦੀ ਦਿਹਾੜੇ ਦੀ ਹੀ ਚੋਣ ਕਿਉਂ ਕੀਤੀ ਗਈ? ਸੋਚੀ ਸਮਝੀ ਚਾਲ ਹੈ ਤਾਂ। ਸਾਡੇ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਕਿਉਂਕਿ ਅਕਾਲ ਤਖਤ ਸਾਹਿਬ ਇੱਕ ਇਮਾਰਤ ਨਹੀਂ, ਇੱਕ ਸਿਧਾਂਤ ਹੈ ਦਿੱਲੀ ਤਖਤ ਦੇ ਮੁਕਾਬਲੇ ਦੇ ਵਿੱਚ। ਵੀ ਦਿੱਲੀ ਦਾ ਤਖਤ ਹੈ, ਜਿਹਨੂੰ ਦਿੱਲੀ ਦਾ ਤਖਤ ਨਿਆਂ ਨਹੀਂ ਦੇਵੇਗਾ ਉਹ ਸਾਡੇ ਕੋਲ ਆ ਜਾਵੇ, ਅਕਾਲ ਦੇ ਤਖਤ ਤੋਂ ਉਹਨੂੰ ਵੀ ਨਿਆਂ ਦੇ ਕੇ ਤੋਰਿਆ ਜਾਵੇਗਾ। ਜਿਹਦੀ ਕੋਈ ਬਾਹ ਨਹੀਂ ਫੜੇਗਾ, ਅਕਾਲ ਦਾ ਤਖਤ ਉਹਦੀ ਬਾਹ ਫੜੇਗਾ। ਦਿੱਲੀ ਤਖਤ ਵੱਲੋਂ ਸਾਡੇ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸਾਰਾ ਕੁਝ ਸਾਡੇ ਨਾਲ ਨਹੀਂ ਵਾਪਰਿਆ, ਸਾਡੇ ਨਾਲ ਸਾਰਾ ਕੁਝ ਵਾਪਰਿਆ। ਔਰ ਅਗਲੀ ਗੱਲ ਮੈਂ ਦੱਸਣੀ ਚਾਹੁੰਦਾ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ ਲੋਕਾਂ ਦੀਆਂ ਗੱਲਾਂ ਸੁਣ ਕੇ, ਜਿਹੜੇ ਕਹਿੰਦੇ ਨਹੀਂ ਜੀ ਦੇਖੋ ਜੇ ਭਿੰਡਰਾਂ ਵਾਲੇ ਅੰਦਰ ਨਾ ਹੁੰਦੇ, ਅੰਦਰੋਂ ਲੜਾਈ ਨਾ ਲੜਦੇ ਤੇ ਐਸਾ ਕੁਝ ਨਹੀਂ ਸੀ ਵਾਪਰਨਾ। ਠੀਕ, ਤੁਸੀਂ ਸਾਰਾ ਠੀਕਰਾ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਕਿਵੇਂ ਭੰਨਦੇ ਹੋ ਬਾਈ? ਉਹਨਾਂ ਦੇ ਉੱਪਰ ਸੁੱਟ ਦਿੰਦੇ। ਸਾਰੀ ਗੱਲ ਤੁਸੀਂ ਉਹਨਾਂ ਦੇ ਉੱਪਰ ਕਿਵੇਂ ਸੁੱਟ ਦਿੰਦੇ ਹੋ? ਉਹ ਕੌਮੀ ਲੜਾਈ ਲੜਦੇ ਨੇ, ਤੁਹਾਡੇ ਹੱਕਾਂ ਦੀ ਗੱਲ ਕਰਦੇ ਨੇ, ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੀ ਗੱਲ ਕਰਦੇ ਨੇ। ਠੀਕ ਹੈ, ਅਕਾਲੀ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤੋਂ ਕੰਨੀ ਕਸਕਾਉਣ ਲੱਗ ਪਏ, ਉਹ ਤੇ ਫਿਰ ਵੀ ਅੜੇ ਸੀ। ਉਹ ਕਹਿੰਦੇ ਇਹ ਸਾਰੇ ਭੱਜ ਸਕਦੇ ਨੇ। ਸੰਗਤ ਜੀ, ਮੈਂ ਤੁਹਾਡਾ ਕੂਕਰ, ਮੈਂ ਤੁਹਾਡਾ ਦਾਸ, ਮੈਂ ਤੁਹਾਨੂੰ ਖੜਾ ਮਿਲਾਂਗਾ, ਇਹ ਭੱਜ ਸਕਦੇ ਨੇ, ਮੈਂ ਨਹੀਂ ਭੱਜਾਂਗਾ। ਉਹਨਾਂ ਦਾ ਕਸੂਰ ਕੀ ਸੀ? ਸਾਰਾ ਠੀਕਰਾ ਉਹਨਾਂ ਦੇ ਸਿਰ ਦੇ ਉੱਪਰ ਭੰਨ ਦਿੱਤਾ ਗਿਆ। ਚਿੱਠੀਆਂ ਲਿਖਣ ਵਾਲੇ ਗੱਦਾਰ ਸਾਡੇ ਵਿੱਚੋਂ ਜਨਰਲ ਓਂਕਾਰ ਸਿੰਘ ਗੁਰਾਇਆ ਅੱਜ ਵੀ ਭੈਣ ਜਿਉਂਦੇ ਨੇ, ਪੰਚਕੂਲਾ ਰਹਿੰਦੇ ਨੇ। ਚਿੱਤ ਕੀਤਾ ਤੇ ਜਾ ਕੇ ਮਿਲ ਆਇਆ ਜੀ। ਠੀਕ, ਉਹ ਅੰਦਰ ਸੀ, ਬ੍ਰਿਗੇਡੀਅਰ ਰਿਟਾਇਰ ਹੋਏ ਨੇ, ਉਹ ਅੰਦਰ ਸਨ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ, ਉਹ ਕਹਿੰਦੇ ਮੈਂ, ਕਹਿਣ ਤੋਂ ਭਾਵ ਓਂਕਾਰ ਸਿੰਘ ਗੁਰਾਇਆ ਕਹਿੰਦੇ ਮੈਂ, ਮੇਰੀ ਡਿਊਟੀ ਲੱਗੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਬਾਹਰ ਲੈ ਕੇ ਆਓ, ਗੁਰਚਰਨ ਸਿੰਘ ਟੌੜਾ ਨੂੰ ਬਾਹਰ ਲੈ ਕੇ ਆਓ, ਭਾਨ ਸਿੰਘ ਨੂੰ ਬਾਹਰ ਲੈ ਕੇ ਆਓ, ਅਬਨਾਸ਼ੀ ਸਿੰਘ ਨੂੰ ਬਾਹਰ ਲੈ ਕੇ ਆਓ, ਬੀਬੀ ਅਮਰਜੀਤ ਕੌਰ ਨੂੰ ਬਾਹਰ ਲੈ ਕੇ ਆਓ। ਕਹਿੰਦਾ ਮੈਂ ਅੰਦਰ ਗਿਆ ਇਹਨਾਂ ਸਾਰਿਆਂ ਨੂੰ ਲੈ ਕੇ, ਉਸ ਤੋਂ ਬਾਅਦ ਮੈਂ ਕੈਂਪ ਦੇ ਵਿੱਚ ਲੈ ਕੇ ਆ ਗਿਆ। ਫਿਰ ਇਹਨਾਂ ਸਾਰਿਆਂ ਦੇ ਬਿਆਨ ਦਰਜ ਕੀਤੇ, ਜਿਹੜੇ ਬਿਆਨ ਉਹਨੇ ਦਰਜ ਕੀਤੇ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤੇ। ਹੁਣ ਭੈਣ ਮੈਨੂੰ ਇੱਕ ਗੱਲ ਦੱਸੋ, ਆਮ ਯਾਤਰੂ ਦਾਣਿਆਂ ਵਾਂਗੂ ਭੁੰਨੇ ਜਾ ਰਹੇ ਨੇ, ਲੀਡਰ ਬਚਾਏ ਜਾ ਰਹੇ ਨੇ। ਬਿਲਕੁਲ। ਫਿਰ ਭਾਂਡਾ ਬਾਬਾ ਜਰਨੈਲ ਸਿੰਘ ਦੇ ਉੱਪਰ ਕਿਉਂ ਭੰਨਿਆ ਗਿਆ ਬਈ? ਬਾਬਾ ਜਰਨੈਲ ਸਿੰਘ ਨੂੰ ਤੇ ਕੋਈ ਕੱਢ ਕੇ ਨਹੀਂ ਲਿਆਇਆ, ਉਹ ਤੇ ਮਰਦਾਂ ਦੇ ਵਾਂਗੂ ਸ਼ਹੀਦ ਹੋਏ ਨੇ। ਬਿਲਕੁਲ। ਉਹਨਾਂ ਨੇ ਨਾਲ ਦਿਆਂ ਨੂੰ ਵੀ ਐਲਾਨ ਕਰ ਦਿੱਤਾ। ਉਹ ਕਹਿੰਦੇ ਭਾਈ ਜੇ ਕੋਈ ਜਾਣਾ ਚਾਹੁੰਦਾ ਤੇ ਜਾ ਸਕਦਾ, ਮੈਨੂੰ ਇਤਰਾਜ਼ ਕੋਈ ਨਹੀਂ। ਹਾਂਜੀ, ਮੈਂ ਪੜਿਆ ਹੋਇਆ। ਕੱਲ ਨੂੰ ਨਾ ਕਹਿ ਦਿਆ ਜੇ ਵੀ ਬਾਬਾ ਜਰਨੈਲ ਸਿੰਘ ਨੇ ਸਾਡੇ ਪੁੱਤ ਮਰਵਾਤੇ। ਜਿਹਨੇ ਪਿੱਛਾ ਟਿਕਾਉਣਾ ਆ, ਜਿਹਨੂੰ ਪਿੱਛੇ ਦੀ ਬੜੀ ਵੱਡੀ ਚਿੰਤਾ ਹੈ, ਉਹ ਜਾ ਸਕਦੇ ਨੇ। ਪਰ ਇੱਥੇ ਤੇ ਬਈ ਹੁਣ ਜੂਝਣਾ ਪੈਣਾ, ਇੱਥੇ ਹੁਣ ਪਿਛਾਂ ਨਹੀਂ ਭੱਜਿਆ ਜਾਂਦਾ, ਇਸ ਕਰਕੇ ਅਸੀਂ ਤੇ ਜੂਝਾਂਗੇ। ਉਹਨਾਂ ਨੇ ਸਿੱਧਾ ਐਲਾਨ ਕਰ ਦਿੱਤਾ। ਤੇ ਬਾਬਾ ਜਰਨੈਲ ਸਿੰਘ ਨੂੰ ਤੇ ਕੋਈ ਕਿਸੇ ਨੇ ਨਹੀਂ ਲਿਖਿਆ ਵੀ ਮੈਂ ਕੱਢ ਕੇ ਲਿਆਇਆ ਵਾਂ, ਮੇਰੀ ਡਿਊਟੀ ਲੱਗੀ ਸੀ। ਹੁਣ ਜਿਹੜਾ ਸ਼ਹੀਦ ਹੋਣ ਵਾਲਾ ਉਹਦੇ ਸਿਰ ਠੀਕਰਾ ਭੰਨ ਦਿੱਤਾ, ਤੇ ਜਿਹੜੇ ਬਾਹਰ ਕੱਢੇ ਗਏ ਐ ਉਹ ਸਾਰੇ ਦੁੱਧ ਉੱਤੇ ਹੋ ਗਏ। ਇਹ ਕਿਵੇਂ ਹੋ ਸਕਦਾ? ਸੋ ਇਹ ਚੀਜ਼ਾਂ ਵਿਚਾਰਨੀਆਂ ਪੈਣੀਆਂ ਨੇ। ਲੀਡਰ ਕਿਉਂ ਨਹੀਂ ਮਾਰੇ ਗਏ? ਆਮ ਯਾਤਰੂ ਹੀ ਕਿਉਂ ਨਿਸ਼ਾਨਾ ਬਣੇ? ਫਿਰ ਜੇ ਹੋਰ ਜ਼ਿਆਦਾ ਸਮਝ ਨਾ ਹੋਵੇ ਇਸ ਸਾਕੇ ਨੂੰ, ਮੈਂ ਸੌਰੀ ਤੁਹਾਡੀ ਗੱਲ ਕੱਟਦਾ ਵਾਂ, ਕਿਉਂਕਿ ਮੈਂ ਸੱਚੀ ਕਹਿਣਾ ਪੈਣੇ, ਮੈਂ ਅੱਜ ਭਰਿਆ ਪਿਆ ਵਾਂ। ਅੱਜ ਮੇਰਾ ਅੰਦਰ ਭਰਿਆ ਪਿਆ, ਮੈਂ ਬੜਾ ਕੁਝ ਬੋਲਣਾ ਚਾਹ ਰਿਹਾ ਸਾਂ, ਕੁਦਰਤੀ ਸਬਬ ਬਣ ਗਿਆ। ਜੇ ਫਿਰ ਵੀ ਹੋਰ ਜ਼ਿਆਦਾ ਇਸ ਸਾਕੇ ਨੂੰ ਵੇਖਣਾ ਪਵੇ ਵੀ ਕੀ ਸਿਰਫ ਇਹ ਬਲੂ ਸਟਾਰ ਆਪਰੇਸ਼ਨ ਸੀ ਜਾਂ ਮੇਨੂ ਮੇਣੀ ਵਾਲਾ ਮਾਮਲਾ ਵੀ ਹੋ ਗਿਆ। ਬਿਲਕੁਲ। ਭਗਤ ਪੂਰਨ ਸਿੰਘ ਦਾ ਨਾਮ ਤੇ ਸਾਰੇ ਜਾਣਦੇ ਹੋ, ਪਿੰਗਲਵਾੜੇ ਵਾਲੇ, ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ, ਸੱਚੀ ਰੂਹ ਕਹਿ ਦਈਏ ਆਪਾਂ। ਭਗਤ ਪੂਰਨ ਸਿੰਘ ਜੀ ਜਦੋਂ ਆਪਣਾ ਸਰਕਾਰੀ ਸਨਮਾਨ ਵਾਪਸ ਕਰਦੇ ਨੇ, ਵੈਸੇ ਬੜਿਆਂ ਨੇ ਸਰਕਾਰੀ ਸਨਮਾਨ ਵਾਪਸ ਕੀਤੇ, ਬੜਿਆਂ ਨੇ ਨੌਕਰੀਆਂ ਜਿਹੜੀਆਂ ਨੇ ਛੱਡੀਆਂ,
ਠੀਕ ਹੈ, ਉਹ ਇੱਕ ਇੱਕ ਦਾ ਨਾਮ ਲਵਾਂਗਾ, ਹਾਂ ਬੜਾ ਲੰਮਾ ਹੋ ਜਾਣਾ ਹੈ। ਜਿਨ੍ਹਾਂ ਵਿੱਚੋਂ ਖੁਸ਼ਵੰਤ ਸਿੰਘ ਜੀ ਵੀ ਨੇ, ਡਾਕਟਰ ਗੰਡਾ ਸਿੰਘ ਜੀ ਵੀ ਨੇ, ਹੈਨਾ, ਤੇ ਜਿਨ੍ਹਾਂ ਦੇ ਵਿੱਚੋਂ ਭਗਤ ਪੂਰਨ ਸਿੰਘ ਜੀ ਵੀ ਨੇ। ਭਗਤ ਪੂਰਨ ਸਿੰਘ ਦੀ ਇੱਕ ਚਿੱਠੀ ਬੜੀ ਵਾਇਰਲ ਹੁੰਦੀ ਹੈ, ਜਿਹਦੇ ਵਿੱਚ ਉਹਨਾਂ ਨੇ ਜਦੋਂ ਸਰਕਾਰੀ ਸਨਮਾਨ ਵਾਪਸ ਕੀਤਾ, ਜਦੋਂ ਕਿਤੇ ਸਰਕਾਰ ਨੂੰ ਸਰਕਾਰੀ ਸਨਮਾਨ ਵਾਪਸ ਕੀਤਾ ਜਾਂਦਾ, ਸਰਕਾਰ ਦੇ ਮੂੰਹ ਤੇ ਚਪੇੜ ਹੁੰਦੀ ਹੈ, ਬਿਲਕੁਲ ਵੀ ਅਸੀਂ ਸਨਮਾਨ ਦਿੱਤਾ ਸੀ, ਅੱਜ ਇਹ ਬੰਦਾ ਇਸ ਰੋਜ਼ ਦੇ ਵਜੋਂ ਸਨਮਾਨ ਵਾਪਸ ਕਰਨ ਦੇ ਲਈ ਆ ਗਿਆ। ਸਰਕਾਰੀ ਸਨਮਾਨ ਵਾਪਸ ਕਰਨਾ ਇੱਕ ਚਪੇੜ ਹੁੰਦੀ ਹੈ, ਮੂੰਹ ਤੋੜ ਜਵਾਬ ਵੀ ਹੁੰਦਾ ਹੈ। ਠੀਕ, ਉਹਨਾਂ ਨੇ ਜਦੋਂ ਆਪਣਾ ਪਦਮ ਸ਼੍ਰੀ ਜੋ ਕਿ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਸੀ ਸਰਕਾਰ ਵੱਲੋਂ, ਜਦੋਂ ਵਾਪਸ ਕੀਤਾ ਤੇ ਉਹਨਾਂ ਨੇ ਕਾਰਨ ਹੇਠਾਂ ਗਿਣਾਏ। ਉਹਨਾਂ ਕਾਰਨਾਂ ਵਿੱਚੋਂ ਮੈਂ ਇੱਕ ਦੋ ਕਾਰਨ ਦਰਸ਼ਕਾਂ ਨਾਲ ਸਾਂਝੇ ਕਰ ਦਿਆਂਗਾ। ਵੈਸੇ ਤੇ ਸਾਕੇ ਤੇ ਭਾਵੇਂ ਮੈਂ ਕਹਾਂਗਾ ਮੇਰੀ 25 ਇੰਟਰਵਿਊ ਕਰੋ, ਮੈਨੂੰ ਕੋਈ objection ਨਹੀਂ, ਮੈਂ ਇਹਨਾਂ ਤੇ ਬੋਲਣਾ ਵੀ ਚਾਹੁੰਦਾ ਵਾਂ, ਇੱਕ ਇੱਕ ਟੌਪਿਕ ਤੇ ਬੋਲਣਾ ਚਾਹੁੰਦਾ ਵਾਂ। ਸੁਣਿਆ ਜੀ, ਉਹ ਲਿਖਦੇ ਨੇ ਪਹਿਲਾ ਲਾਈਨ, ਰਾਸ਼ਟਰਪਤੀ ਨੂੰ ਸੰਬੋਧਨ ਕਰਕੇ ਕਹਿੰਦੇ ਮੈਂ ਕਾਹਲੀ ਨਹੀਂ ਕੀਤੀ, ਮੈਂ ਜਜ਼ਬਾਤੀ ਤੇ ਜਲਦਬਾਜ਼ੀ ਵਿੱਚ ਨਹੀਂ ਫੈਸਲਾ ਲਿਆ, ਮੈਂ ਇੰਨੇ ਦਿਨ ਇਹਨਾਂ ਦੇ ਉੱਪਰ ਮੰਥਨ ਕਰਦਾ ਰਿਹਾ ਵਾਂ। ਉਹਨਾਂ ਨੇ ਕਾਰਨ 4-5 ਦੱਸੇ, ਉਹਨਾਂ ਦੇ ਵਿੱਚੋਂ ਮੈਂ 2 ਕਾਰਨ ਦੱਸਦਾ ਵਾਂ। ਉਸ ਸਮੇਂ ਹੋ ਸਕਦਾ ਮੱਛਰ ਨੂੰ ਪਿਚਕਾਰੀ ਨਾਲ ਮਾਰਿਆ ਜਾਂਦਾ ਹੋਵੇ, ਕਿਉਂਕਿ 38 ਸਾਲ ਪੁਰਾਣੀ ਗੱਲ ਹੈ, 38-40 ਸਾਲ ਪਹਿਲਾਂ ਹੋ ਸਕਦਾ ਉਦੋਂ ਦੇ ਤਰੀਕੇ ਉਦੋਂ ਦੇ ਹੋਣ, ਹੁਣ ਦੇ ਥੋੜੇ ਡਿਫਰੈਂਟ ਹੋ ਗਏ, ਹੁਣ ਅਪਡੇਟ ਹੋ ਗਏ। ਉਹ ਕਹਿੰਦੇ ਨੇ, ਕਹਿੰਦੇ ਆਮ ਸੰਗਤ ਨੂੰ ਇੰਜ ਮਾਰਿਆ ਗਿਆ, ਕਹਿੰਦੇ ਜਿਵੇਂ ਪਿਚਕਾਰੀ ਦੇ ਨਾਲ ਮੱਛਰ ਮਾਰਿਆ ਜਾਂਦਾ। ਠੀਕ, ਜਿਵੇਂ ਮੱਛਰ ਮਾਰਦੇ ਆ ਨਾ, ਉਵੇਂ ਆਮ ਸੰਗਤ ਨੂੰ ਮਾਰਿਆ ਗਿਆ। ਇਹ ਗੱਲ ਲਿਖਦੇ ਆ। ਸੈਕੰਡ ਕੀ ਲਿਖਦੇ ਆ, ਕਹਿੰਦੇ 30 ਘੰਟਿਆਂ ਤੋਂ ਪਿਆਸੇ ਮਾਪਿਆਂ ਨੇ, ਮਾਵਾਂ ਨੇ ਆਪਣੇ ਬੱਚਿਆਂ ਵਾਸਤੇ ਜਦੋਂ ਪਾਣੀ ਮੰਗਿਆ ਵੀ ਸਾਡਾ ਬੱਚਾ ਪਿਆਸਾ ਹੈ, ਪਾਣੀ ਦੇ ਦਿਓ, ਉਸ ਸਮੇਂ ਮਿਹਣੇ ਕੀ ਨੇ, ਇਹ ਮਿਹਣੇ ਨੇ ਨਾ, ਕਿਉਂਕਿ SYL ਦਾ ਮਾਮਲਾ ਉਸ ਤੋਂ ਪਹਿਲਾਂ ਦਾ 84 ਤੋਂ, ਪਾਣੀ ਦੇ ਦਿਓ, ਤੇ ਜਵਾਬ ਕੀ ਆਉਂਦਾ ਸੀ, पहले तो कहते थे हरियाणा को पानी नहीं देंगे, अब हमसे पानी मांगते हो। फिर इत्थे अगला जवाब आउंदा सी, मरने दो, मरने दो, बड़े होकर हमारे को मारेंगे, ये जवाब आउंदे सी। तीजा जवाब मेरी भैन उत्थे होर किस्म दे आउंदे सी जिहड़े मैं जनतक भी नहीं कर सकदा। खैर उस तो बाद की हुंदा है, वो कहंदे भी जदों बीबी ने कहा भी मेरे नियाणे दीयां अखां बाहर आ गईयां, पानी दे दिओ, महीना जून दा, ਟੈਂਪਰੇਚਰ ਵੱਧ ਚੁੱਕਾ ਹੈ, ਗੋਲੀਆਂ ਦੇ ਨਾਲ ਫਰਸ਼ ਤਪਦਾ ਪਿਆ, ਤੇ ਰਿਪਲਾਈ ਕੀ ਆਉਂਦਾ ਹੈ, ਰਿਪਲਾਈ ਇਹ ਆਉਂਦਾ ਹੈ ਵੀ ਅਜੇ ਇਹਨਾਂ ਨੂੰ ਮਰਨ ਦਿਓ। ਜਦੋਂ ਕਹਿੰਦੀ ਆਨੇ ਬਾਹਰ ਆ ਗਏ, ਪਾਣੀ ਆਇਆ ਤੇ ਪਾਣੀ ਵਿੱਚ ਸਿਗਰਟ ਘੋਲ ਕੇ ਕਹਿੰਦੇ ਲੈ ਹੁਣ ਪ੍ਰਸ਼ਾਦ ਬਣ ਗਿਆ। ਆ ਕੀ ਹੈ ਬਈ? ਅੱਛਾ ਜੀ, ਆਪਰੇਸ਼ਨ ਆਪਣੀ ਜਗ੍ਹਾ ਹੈ ਵੀ ਤੁਸੀਂ ਕਰ ਰਹੇ ਹੋ, ਹਾਂ ਬਿਲਕੁਲ, ਮੈਂ ਉਹਨੂੰ ਸਹੀ ਨਹੀਂ ਠਹਿਰਾ ਰਿਹਾ। ਇਨਸਾਨੀਅਤ ਦਾ ਘਾਣ ਤਾਂ ਤੁਸੀਂ ਆਲਰੇਡੀ ਕਰ ਚੁੱਕੇ ਹੋ। ਬਾਬਾ ਜਰਨੈਲ ਸਿੰਘ ਜੀ ਨੂੰ ਤੁਸੀਂ ਕਹਿੰਦੇ ਕਾਬੂ ਕਰਨਾ ਹੈ, 38 ਗੁਰਧਾਮਾਂ ਤੇ ਹੋਰ ਕਬਜ਼ਾ ਕਰਦੇ ਪਏ ਹੋ। ਬਾਬਾ ਜਰਨੈਲ ਸਿੰਘ ਨੂੰ ਤੁਸੀਂ ਜੇ ਫੜਨ ਵਾਸਤੇ ਆਏ ਹੋ ਤੇ ਸਾਡਾ ਖਜ਼ਾਨਾ ਤੁਸੀਂ ਲੁੱਟ-ਲੁੱਟ ਕੇ ਤੁਰੇ ਜਾਂਦੇ ਹੋ। ਸਾਡੀ ਲਾਇਬ੍ਰੇਰੀ ਦਾ ਕੀ ਕਸੂਰ ਸੀ? ਕੇਂਦਰੀ ਸਿੱਖ ਅਜਾਇਬ ਘਰ ਦਾ ਕੀ ਕਸੂਰ ਸੀ? ਗੁਰੂ ਰਾਮਦਾਸ ਲਾਇਬ੍ਰੇਰੀ ਦਾ ਕੀ ਕਸੂਰ ਸੀ? ਤੁਹਾਡਾ ਟਾਰਗੇਟ ਤਾਂ ਇੱਕ ਸੀਗਾ। ਹੁਣ ਸਮਝ ਤੋਂ ਬਾਹਰ ਹੋ ਗਈ। ਇਸ ਤੋਂ ਵੀ ਥੋੜੀ ਜਿਹੀ ਅੱਗੇ ਚੱਲਦੇ ਹਾਂ। ਸ਼ਹੀਦੀ ਪੁਰਬ ਵੀ ਕਿਉਂ ਚੁਣਿਆ ਗਿਆ? ਬਹੁਤ ਕੁਝ ਹੈ ਇਸ ਸਾਕੇ ਦੇ ਵਿੱਚ, ਪਰ ਮੈਂ ਇਸ ਨੂੰ ਬੜੀ ਗੰਭੀਰਤਾ ਨਾਲ ਦੇਖਦਾ ਹਾਂ ਤੇ ਜਿਸ ਤਰੀਕੇ ਦੇ ਨਾਲ ਸਾਡੇ ਗਾਹੇ ਬਗਾਹੇ ਜਾਣੇ ਅਣਜਾਣੇ ਅਨਪੋਲ ਪੁਣੇ ਦੇ ਵਿੱਚ ਜਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਾਬਾ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਨੇ। ਬਾਬਾ ਜਰਨੈਲ ਸਿੰਘ ਇਸ ਪੂਰੇ ਮੋਰਚੇ ਦੇ ਵਿੱਚੋਂ ਨਿਸ਼ਾਨਾ ਨਹੀਂ ਬਣਦਾ। ਨਿਸ਼ਾਨਾ ਬਣਦਾ ਇੱਕੋ ਸ਼ਬਦ ਵਿੱਚ ਕਹਿ ਦਿੰਦਾ ਮੈਂ, ਸਿੱਖੀ ਨੂੰ ਲੁੱਟਿਆ ਚੋਰਾਂ ਨੇ, ਕੁਝ ਆਪਣੀਆਂ ਕੁਝ ਹੋਰਾਂ ਨੇ। ਜਿਹੜੇ ਸਾਡੇ ਵਿੱਚ ਆਪਣੇ ਬਣ ਕੇ ਬੈਠੇ ਸੀ ਨਾ, ਉਹਨਾਂ ਨੇ ਵੀ ਨੁਕਸਾਨ ਕਰਵਾਇਆ। ਕਿੰਨੀਆਂ ਸਰਕਾਰਾਂ ਬਦਲ ਗਈਆਂ, ਜਿਨ੍ਹਾਂ ਨੇ ਅਟੈਕ ਕਰਵਾਇਆ ਸੀ ਉਹਨਾਂ ਦੀਆਂ ਵੀ ਆ ਗਈਆਂ। 38 ਸਾਲ ਸਰਕਾਰਾਂ ਬਦਲੀਆਂ। ਅਕਾਲੀ ਦਲ ਵੀ ਮੁੜ ਮੁੜ ਕੇ ਆ ਗਿਆ। ਸਾਡੇ ਜ਼ਖਮਾਂ ਤੇ ਕਿਸੇ ਨੇ ਮਲਮ ਨਹੀਂ ਲਾਈ। ਇੱਕ ਹੋਰ ਆ ਗਏ ਹੁਣ ਇਸ ਵਾਰ, ਜਿਨ੍ਹਾਂ ਨੂੰ ਆਪਣੇ ਹੀ ਲੋਕਾਂ ਨੇ ਚੁਣਿਆ ਹੋਇਆ ਹੈ ਜੀ, ਉਹ ਵੀ ਆ ਗਿਆ। ਕੋਈ ਨਹੀਂ, ਅਜੇ ਤੇ ਇਹ ਬਾਕੀ ਸਰਕਾਰਾਂ ਤੇ 4.5 ਸਾਲ ਰਾਜ ਕਰਦੀਆਂ ਨੇ। ਪਿਛਲੇ 6 ਮਹੀਨੇ ਦੇ ਵਿੱਚ ਲੋਕ ਖਰੀਆਂ ਸੁਣਾਉਂਦੇ ਨੇ, ਇਹਨਾਂ ਨੂੰ ਪਹਿਲੇ 6 ਮਹੀਨਿਆਂ ਵਿੱਚ ਹੀ ਲੋਕ ਲੱਗ ਪਏ ਨੇ ਸੁਣਾਉਣ। ਉੱਥੇ ਤੇ ਪਿਛਲੇ 6 ਮਹੀਨਿਆਂ ਵਿੱਚ ਲੋਕ ਸੁਣਾਉਂਦੇ, ਇੱਥੇ ਪਹਿਲੇ 6 ਮਹੀਨਿਆਂ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਵੇਗਾ। ਖੈਰ ਮੈਂ ਚਾਹਾਂਗਾ ਵੀ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਬਹੁਤ ਧੰਨਵਾਦ ਸਮਾਂ ਦਿੱਤਾ। ਅਸਲ ਵਿੱਚ ਮੈਂ ਤਾਂ ਥੋੜਾ ਜਿਹਾ ਹੀ ਪੁੱਛਣਾ ਚਾਹੁੰਦੀ ਸੀ ਕਿ ਮਲਮ ਕਿਉਂ ਨਹੀਂ ਲਾਇਆ ਗਿਆ, ਕਿਉਂਕਿ ਲੂਣ ਹਰ ਵਾਰੀ ਪਾਉਂਦੇ ਆ। ਜਦੋਂ ਵੀ ਇਹ ਮਹੀਨਾ ਆਉਂਦਾ ਹੈ ਤਾਂ ਪੁਰਾਣੀਆਂ ਗੱਲਾਂ ਕੱਢ ਕੇ ਲੋਕਾਂ ਨੂੰ ਜਿਹੜੀ ਪੋਲਿਟਿਕਸ ਹੈ ਉਹ ਆਪਣਾ ਫਾਇਦਾ ਚੁੱਕਣ ਲਈ ਅੱਗੇ ਹੋ ਜਾਂਦੀ। ਹਰ ਪਾਰਟੀ ਆਪਣੇ ਆਪਣੇ ਪੱਲਾ ਝਾੜਦੀ ਹੈ ਕਿ ਸਾਡਾ ਇਸ ਵਿੱਚ ਕੋਈ ਰੋਲ ਨਹੀਂ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਹੀ ਡੂੰਘਾਈ ਦੇ ਨਾਲ, ਬੜੀ ਹੀ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਸਮਝਾਇਆ। ਜਿਹੜੀਆਂ ਚੀਜ਼ਾਂ ਅਜੇ ਤੱਕ ਨਹੀਂ ਵੀ ਸੁਣੀਆਂ ਸੀ, ਤੁਹਾਡੇ ਤੋਂ ਸੁਣਨ ਨੂੰ ਮਿਲੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।